हाँ जी स्टूडेंट्स, ਆਪਾਂ ਕੰਸੈਪਟ ਪੜ੍ਹ ਚੁੱਕੇ ਹਾਂ ਬੇਟਾ। ਦੈਨ ਉਸ ਤੋਂ ਬਾਅਦ ਆਪਾਂ ਐਲੀਮੈਂਟਸ ਪੜ੍ਹੇ ਨੇ ਡੈਲੀਗੇਸ਼ਨ ਦੇ। ਅੱਜ ਆਪਾਂ ਪੜ੍ਹਾਂਗੇ ਪ੍ਰਿੰਸੀਪਲਸ ਆਫ ਇਫੈਕਟਿਵ ਡੈਲੀਗੇਸ਼ਨ। ਮਤਲਬ ਜੇ ਪ੍ਰਭਾਵਸ਼ਾਲੀ ਤਰੀਕੇ ਨਾਲ ਡੈਲੀਗੇਸ਼ਨ ਕਰਨੀ ਆ ਤਾਂ ਉਹਦੇ ਕੀ ਪ੍ਰਿੰਸੀਪਲਸ ਨੇ। ਡੈਲੀਗੇਸ਼ਨ ਇਜ਼ one of the most important element in the organization process. To make the delegation more effective, following principles should be followed. ਸੋ ਜੇ ਅਸੀਂ ਬਹੁਤ ਇਫੈਕਟਿਵ ਤਰੀਕੇ ਨਾਲ ਡੈਲੀਗੇਸ਼ਨ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਜਿਹੜੇ ਹੇਠਾਂ ਲਿਖੇ ਪ੍ਰਿੰਸੀਪਲਸ ਨੇ ਇਹ ਫੋਲੋ ਕਰਨੇ ਚਾਹੀਦੇ ਆ। ਫਸਟ ਵਨ ਇਜ਼ ਅਥੋਰਿਟੀ ਸ਼ੁੱਡ ਬੀ commensurate with the responsibility. Commensurate means proportionate, ਮਤਲਬ ਅਥੋਰਿਟੀ ਉਨੀ ਹੀ ਦੇਣੀ ਚਾਹੀਦੀ ਆ ਜਿੰਨੀ ਕੁ ਰਿਸਪੌਂਸਿਬਿਲਟੀ ਦੇ ਨਾਲ ਚਾਹੀਦੀ ਆ। This principle states that authority and responsibility should go side by side. ਇਹ ਪ੍ਰਿੰਸੀਪਲ ਇਹ ਐਕਸਪਲੇਨ ਕਰਦਾ ਕਿ ਅਥੋਰਿਟੀ ਅਤੇ ਰਿਸਪੌਂਸਿਬਿਲਟੀ ਨਾਲ ਨਾਲ ਚੱਲਣੇ ਚਾਹੀਦੇ ਆ। It should be adequate, neither more nor less than adequate. ਜਿਹੜਾ ਅਥੋਰਿਟੀ ਆ ਜਾਂ ਰਿਸਪੌਂਸਿਬਿਲਟੀ ਆ ਦੋਨੇ ਪ੍ਰੋਪਰ ਹੋਣੇ ਚਾਹੀਦੇ, ਨਾ ਬਹੁਤਾ ਜ਼ਿਆਦਾ ਹੋਵੇ, ਦੋਨਾਂ 'ਚੋਂ ਕੋਈ ਚੀਜ਼ ਨਾ ਘੱਟ ਹੋਵੇ। If authority exceeds responsibility, then there will be misuse of it. ਹੁਣ ਜੇ ਕਿਸੇ ਪਰਸਨ ਨੂੰ ਜ਼ਿਆਦਾ ਅਥੋਰਿਟੀ ਦੇਤੀ, ਰਿਸਪੌਂਸਿਬਿਲਟੀ ਉਹਦੀ ਘੱਟ ਆ, it means ਉਹ ਇਹਦਾ ਮਿਸਯੂਜ਼ ਕਰ ਸਕਦਾ। On the other hand, if authority is less than the responsibility, then it will put burden on the person to whom the authority is delegated. ਬਟ ਜੇ ਅਸੀਂ ਕੀ ਕੀਤਾ, ਅਥੋਰਿਟੀ ਘੱਟ ਦਿੱਤੀ ਆ, ਪਰਸਨ ਨੂੰ ਜ਼ਿੰਮੇਵਾਰੀ ਵੱਧ ਦਿੱਤੀ, ਤਾਂ ਇਹਦੇ ਨਾਲ ਕੀ ਹੋਊਗਾ, ਉਹ ਪਰਸਨ ਦੇ ਉੱਪਰ ਇੰਨਾ ਬਰਡਨ ਹੋ ਜਾਊਗਾ ਕਿ ਆਪਦੇ ਕੰਮ ਨੂੰ ਉਹ ਕੰਪਲੀਟ ਹੀ ਨਹੀਂ ਕਰ ਸਕੂਗਾ। ਠੀਕ ਆ। ਨੈਕਸਟ ਦੇਖੋ, ਪ੍ਰਿੰਸੀਪਲ ਆਫ ਐਬਸੋਲੂਟ ਰਿਸਪੌਂਸਿਬਿਲਿਟੀ। ਅ ਪਰਸਨ ਕੈਨ ਡੈਲੀਗੇਟ ਅਥੋਰਿਟੀ ਨਾਟ ਰਿਸਪੌਂਸਿਬਿਲਿਟੀ। ਹੀ ਰਿਮੇਨਸ ਰਿਸਪੌਂਸਿਬਲ ਫॉर ਦੋਜ਼ ਟਾਸਕ ਵਿਚ ਹੀ ਅਸਾਈਨ ਡੈਲੀਗੇਟਸ ਟੂ ਅਦਰ ਪਰਸਨ। ਹੁਣ ਇੱਕ ਪਰਸਨ ਆ, ਉਹ ਕਿਸੇ ਨੂੰ ਆਪਦੀ ਅਥੋਰਿਟੀ ਤਾਂ ਡੈਲੀਗੇਟ ਕਰ ਸਕਦਾ, ਬਟ ਆਪਦੀ ਜਿਹੜੀ ਰਿਸਪੌਂਸਿਬਿਲਿਟੀ ਆ ਉਹ ਨਹੀਂ ਕਰ ਸਕਦਾ। ਉਹਦੀ ਕੰਮ ਉਹਨੇ ਕਿਸੇ ਹੋਰ ਨੂੰ ਡੈਲੀਗੇਟ ਕਰਕੇ ਦਿੱਤਾ ਵੀ ਆ ਤਾਂ ਉਹਦੇ ਲਈ ਉਹ ਪਰਸਨ ਖੁਦ ਵੀ ਰਿਸਪੌਂਸਿਬਲ ਹੈ। ਠੀਕ ਆ। ਹੁਣ ਜਿਵੇਂ ਸਪੋਜ਼ ਕਰ ਲਓ ਮੈਂ ਕਿਸੇ ਨੂੰ ਅਥੋਰਿਟੀ ਦਿੱਤੀ ਵੀ ਤੁਸੀਂ ਦੂਜਿਆਂ ਤੋਂ ਇਹ ਕੰਮ ਕਰਵਾ ਲਓ। ਠੀਕ ਆ। ਬਟ ਹੁਣ ਇਹਦੇ ਲਈ ਇਹ ਨਹੀਂ ਹੈ ਵੀ ਮੈਂ ਜਵਾਬ ਦੇਣੀ ਹੈ। ਠੀਕ ਆ। ਕਿਉਂਕਿ ਰਿਸਪੌਂਸਿਬਿਲਿਟੀ ਤਾਂ ਅਸਲ 'ਚ ਉਹ ਕੰਮ ਕਰਨ ਦੀ ਮੇਰੀ ਸੀ। ਠੀਕ ਆ। Therefore, no superior can escape from the responsibility for the activities of subordinates through delegation. ਸੋ ਇਹਦਾ ਮਤਲਬ ਕੀ ਆ, ਕੋਈ ਵੀ ਸੁਪੀਰੀਅਰ ਪਰਸਨ ਆਪਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ, escape ਨਹੀਂ ਕਰ ਸਕਦਾ ਜਿਹੜੀਆਂ ਕਿ ਉਹਨੂੰ ਮਿਲੀਆਂ ਹੋਈਆਂ, ਕਿਉਂਕਿ ਉਹ ਇਹ ਨਹੀਂ ਕਹਿ ਸਕਦਾ ਕਿ ਮੈਂ ਆਪਦੇ subordinates ਨੂੰ ਇਹ ਕੰਮ ਦਿੱਤਾ ਸੀਗਾ ਡੈਲੀਗੇਸ਼ਨ ਦੇ ਥਰੂ। ਠੀਕ ਆ। ਨੈਕਸਟ ਹੈਗਾ ਵਾ ਪ੍ਰਿੰਸੀਪਲ ਆਫ ਫੰਕਸ਼ਨਲ ਕਲੈਰਿਟੀ। ਇਟ ਮੀਨਸ ਦੈਟ in the process of delegation of authority, all functions should be clearly defined. ਜਦੋਂ ਅਸੀਂ ਕਿਸੇ ਨੂੰ ਅਥੋਰਿਟੀ ਜਾਂ ਰਿਸਪੌਂਸਿਬਿਲਿਟੀ ਦਿੰਦੇ ਹਾਂ ਤਾਂ ਹਰ ਇੱਕ ਕੰਮ ਸਾਨੂੰ ਕਲੀਅਰਲੀ ਦੱਸਣਾ ਚਾਹੀਦਾ ਦੂਜਿਆਂ ਨੂੰ। ਠੀਕ ਆ। everyone should be clear of his role, duties and responsibilities. ਹਰ ਇੱਕ ਪਰਸਨ ਨੂੰ ਆਪਦਾ ਰੋਲ ਪਤਾ ਹੋਵੇ ਕਿ ਆਰਗੇਨਾਈਜੇਸ਼ਨ ਦੇ ਵਿੱਚ ਮੇਰੀ ਕੀ ਪੋਜੀਸ਼ਨ ਆ, ਮੇਰੀਆਂ ਕੀ ਡਿਊਟੀਜ਼ ਨੇ ਐਂਡ ਮੇਰੀਆਂ ਕੀ ਰਿਸਪੌਂਸਿਬਿਲਿਟੀਜ਼ ਨੇ। ਇਫ ਨੋ ਵਨ ਇਜ਼ ਕਲੀਅਰ ਅਬਾਊਟ ਹਿਜ਼ ਰੋਲ ਦੈਨ ਐਕਸਪੈਕਟਡ ਰਿਜ਼ਲਟਸ ਵਿਲ ਨਾਟ ਬੀ ਅਚੀਵਡ। ਜੇ ਹੁਣ ਕਿਸੇ ਪਰਸਨ ਨੂੰ ਆਪਦੀ ਰਿਸਪੌਂਸਿਬਿਲਿਟੀ, ਡਿਊਟੀ ਜਾਂ ਆਪਦਾ ਰੋਲ ਹੀ ਨਹੀਂ ਪਤਾ ਤਾਂ ਜਿਹੜੀ ਅਸੀਂ ਡਿਜ਼ਾਇਰਡ ਰਿਜ਼ਲਟ ਚਾਹੁੰਦੇ ਹਾਂ ਉਹ ਕਦੇ ਨਹੀਂ ਮਿਲ ਸਕਣਗੇ। ਠੀਕ ਆ। ਫੋਰਥ ਪ੍ਰਿੰਸੀਪਲ ਦੇਖੋ, ਪ੍ਰਿੰਸੀਪਲ ਆਫ ਯੂਨਿਟੀ ਆਫ ਕਮਾਂਡ। This principle states that one subordinate should be accountable to one boss only. ਇਹ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਇਹ ਚੀਜ਼, ਹੈ ਨਾ। In case he is accountable to more than one person, then there will be confusion and conflict. ਜੇ ਹੁਣ ਇੱਕ ਤੋਂ ਵੱਧ ਲੋਕਾਂ ਨੂੰ ਜਵਾਬਦੇਹ ਹੋਊਗਾ ਤਾਂ ਉੱਥੇ ਕਨਫਿਊਜ਼ਨ ਕ੍ਰੀਏਟ ਹੋਊਗੀ ਤੇ ਕਨਫਲਿਕਟ ਵੀ ਪੈਦਾ ਹੋ ਸਕਦੇ ਆ। In such circumstances, no subordinate can perform his duties well. ਸੋ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਕੋਈ ਵੀ subordinate ਆਪਦਾ ਕੰਮ ਵਧੀਆ ਤਰੀਕੇ ਨਾਲ ਨਹੀਂ ਕਰ ਸਕਦਾ। Next is the principle of delegation by results expected. This principle states that delegation of authority should be based on results expected. ਕਿਸੇ ਵੀ ਪਰਸਨ ਨੂੰ ਜਿਹੜੀ ਵੀ ਅਸੀਂ ਅਥੋਰਿਟੀ ਦਿੰਦੇ ਹਾਂ, ਡੈਲੀਗੇਟ ਕਰਦੇ ਹਾਂ ਅਥੋਰਿਟੀ, ਉਹ ਸਾਡੇ ਰਿਜ਼ਲਟ ਜਿਹੜੇ ਅਸੀਂ ਚਾਹੁੰਦੇ ਹਾਂ ਦੂਜੇ ਪਰਸਨ ਤੋਂ ਉਹਦੇ ਬੇਸਡ ਹੋਣੀ ਚਾਹੀਦੀ ਆ। The amount of authority granted to subordinate should be sufficient to achieve the desired results. ਅਸੀਂ ਕਿਸੇ ਪਰਸਨ ਨੂੰ ਆਪਦੇ ਸਬੋਰਡੀਨੇਟ ਨੂੰ ਜਾਂ ਵਰਕਰ ਨੂੰ ਓਨੀ ਅਥੋਰਿਟੀ ਦਈਏ, ਠੀਕ ਆ, ਓਨੀ ਅਥੋਰਿਟੀ ਗ੍ਰਾਂਟ ਕਰੀਏ ਜਿਹਦੇ ਨਾਲ ਕਿ ਉਹ ਜਿਹੜੇ ਡਿਜ਼ਾਇਰਡ ਰਿਜ਼ਲਟਸ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਉਹ ਅਚੀਵ ਕਰ ਸਕੇ। ਇਫ ਦਾ ਅਥੋਰਿਟੀ ਇਜ਼ ਨਾਟ ਸਫੀਸ਼ੈਂਟ ਦੈਨ ਦਾ ਰਿਜ਼ਲਟਸ ਵਿਲ ਨਾਟ ਬੀ ਅਚੀਵਡ। ਜੇ ਉਹਨੂੰ ਪ੍ਰੋਪਰ ਜਿਹੜੀ ਚਾਹੀਦੀ ਸੀ, ਉਹਦੀ ਬਣਦੀ ਅਥੋਰਿਟੀ ਸੀ, ਜੇ ਆਪਾਂ ਨਹੀਂ ਦੇਵਾਂਗੇ ਤਾਂ ਸਾਨੂੰ ਰਿਜ਼ਲਟ ਵੀ ਅਚੀਵ ਅਸੀਂ ਨਹੀਂ ਕਰ ਸਕਦੇ। Next is the principle of competence. As per this principle, the subordinate to whom authority is delegated must be competent to perform the tasks assigned to him.
ਇਹ ਪ੍ਰਿੰਸੀਪਲ ਇਹ ਦੱਸਦਾ ਵਾ ਜਿਹੜੇ ਸਬੋਰਡੀਨੇਟ ਨੂੰ ਅਸੀਂ ਅਥਾਰਟੀ ਦੇ ਰਹੇ ਹਾਂ, ਡੈਲੀਗੇਟ ਕਰ ਰਹੇ ਹਾਂ, ਉਹ ਓਨਾ ਕੁ ਯੋਗ ਹੋਵੇ, ਕੰਪੀਟੈਂਟ ਹੋਵੇ ਕਿ ਜਿਹੜਾ ਉਹਨੂੰ ਟਾਸਕ ਅਸੀਂ ਵੰਡ ਕੇ ਦਿੱਤਾ ਉਹਨੂੰ ਕੰਪਲੀਟ ਕਰ ਸਕੇ। ਇਫ ਹੀ ਇਜ਼ ਨਾਟ ਕੰਪੀਟੈਂਟ ਦੈਨ ਦ ਪਰਪਸ ਆਫ ਡੈਲੀਗੇਸ਼ਨ ਵਿਲ ਨਾਟ ਬੀ ਸਰਵਡ। ਸੋ ਜੇ ਉਹ ਪਰਸਨ ਉਹ ਕੰਮ ਨੂੰ ਕਰਨ ਦੇ ਯੋਗ ਹੀ ਨਹੀਂ ਹੈ ਤਾਂ ਜਿਹੜਾ ਸਾਡਾ ਡੈਲੀਗੇਸ਼ਨ ਦਾ ਮੇਨ ਪਰਪਸ ਆ ਉਹ ਪੂਰਾ ਨਹੀਂ ਹੋਊਗਾ। ਨੈਕਸਟ ਇਜ਼ ਪ੍ਰਿੰਸੀਪਲ ਆਫ ਸਕੇਲਰ ਚੇਨ। This principle establishes the chain of direct authority relationship between superior and subordinates in the whole organization। ਜਿਹੜੀ ਸਕੇਲਰ ਚੇਨ ਆ ਇਹ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਇਹਦਾ ਮੀਨਿੰਗ ਹੁੰਦਾ ਕਿ ਇੱਕ ਸੁਪੀਰੀਅਰ ਤੇ ਇੱਕ ਸਬੋਰਡੀਨੇਟ ਦੀ ਆਪਸ ਦੇ ਵਿੱਚ ਕੀ ਰਿਲੇਸ਼ਨਸ਼ਿਪ ਆ, ਠੀਕ ਆ, ਮਤਲਬ ਕੌਣ ਕੀ ਤੋਂ ਸੁਪੀਰੀਅਰ ਆ, ਕੌਣ ਕੀ ਤੋਂ ਨੀਚੇ ਵਾਲੀ ਪੋਜੀਸ਼ਨ ਤੇ ਆ। ਇਟ ਮੀਨਸ ਦੇਅਰ ਸ਼ੁੱਡ ਬੀ ਸਿਸਟਮੈਟਿਕ ਫਲੋ ਆਫ ਅਥਾਰਟੀ ਡਾਊਨਵਰਡਸ। ਇੱਥੋਂ ਇਹ ਪਤਾ ਲੱਗਦਾ ਸਕੇਲਰ ਚੇਨ ਤੋਂ ਕਿ ਕਿਹੜੇ ਪਰਸਨ ਦੀ ਕਿੰਨੀ ਜ਼ਿਆਦਾ ਅਥਾਰਟੀ ਆ ਤੇ ਉਹ ਡਾਊਨਵਰਡਸ ਨੂੰ ਆ, ਮਤਲਬ ਉੱਪਰੋਂ ਨੀਚੇ ਵੱਲ ਨੂੰ ਅਥਾਰਟੀ ਦਿੱਤੀ ਜਾ ਸਕਦੀ ਆ। By this, every subordinate should be able to know who has delegated him authority and to whom he is responsible। So ਇਹ ਜਿਹੜੀ ਸਕੇਲਰ ਚੇਨ ਹੈ ਇਹਦੀ ਹੈਲਪ ਦੇ ਨਾਲ ਹਰ ਇੱਕ ਸਬੋਰਡੀਨੇਟ ਨੂੰ ਇਹ ਪਤਾ ਲੱਗ ਜਾਂਦਾ ਕਿ ਉਹਨੂੰ ਕਿਸ ਨੇ ਅਥਾਰਟੀ ਡੈਲੀਗੇਟ ਕੀਤੀ ਆ, ਠੀਕ ਆ, ਤੇ ਉਹ ਕਿਸ ਨੂੰ ਰਿਸਪੌਂਸੀਬਲ ਆ, ਠੀਕ ਆ, ਮਤਲਬ ਕਿਹਦੇ ਪ੍ਰਤੀ ਉਹ ਜਵਾਬਦੇਹ ਹੈਗਾ ਵਾ। ਨੈਕਸਟ ਦੇਖੋ ਇਹਦੇ ਵਿੱਚ ਪ੍ਰਿੰਸੀਪਲ ਆਫ ਅਥਾਰਟੀ ਲੈਵਲ। ਦਿਸ ਪ੍ਰਿੰਸੀਪਲ ਸਟੇਟਸ ਦੈਟ subordinate should be clear about the area within which he can take decisions himself। ਹੁਣ ਇਹ ਪ੍ਰਿੰਸੀਪਲ ਇਹ ਦੱਸਦਾ ਵਾ ਕਿ ਜਿਹੜੇ ਸਬੋਰਡੀਨੇਟਸ ਆ ਉਹਨਾਂ ਨੂੰ ਇਹ ਪਤਾ ਹੋਵੇ ਵੀ ਕਿੰਨੇ ਕਿੰਨੇ ਏਰੀਏ ਦੇ ਵਿੱਚ ਉਹਨਾਂ ਨੇ ਆਪਦੀ ਅਥਾਰਟੀ ਨੂੰ ਯੂਜ਼ ਕਰਨਾ। ਓਨਲੀ ਦੋਜ਼ ਮੈਟਰਸ ਸ਼ੁੱਡ ਬੀ ਰੈਫਰਡ ਟੂ ਦ ਸੁਪੀਰੀਅਰ ਵਿਚ ਆਰ ਬਿਯੋਂਡ ਹਿਜ਼ ਅਥਾਰਟੀ ਲੈਵਲ। ਹੁਣ ਜਿਵੇਂ ਸਪੋਜ਼ ਕਰ ਲਓ ਕਿਸੇ ਪਰਸਨ ਨੂੰ ਕੋਈ ਕੰਮ ਦੇਤਾ, ਠੀਕ ਆ, ਉਹਨੂੰ ਕੋਈ ਪ੍ਰੋਬਲਮ ਆ ਰਹੀ ਆ, ਬਟ ਜੇ ਉਹਨੂੰ ਲੱਗਦਾ ਵੀ ਇਹ ਮੇਰੇ ਏਰੀਏ ਤੋਂ ਬਾਹਰ ਦੀ ਗੱਲ ਆ, ਇਹ ਸੁਪੀਰੀਅਰ ਨੂੰ ਪਾਸ ਔਨ ਕਰਨੀ ਚਾਹੀਦੀ ਹੈ, ਤਾਂ ਉਹ ਆਪਦੇ ਸੁਪੀਰੀਅਰ ਨੂੰ ਰੈਫਰ ਕਰੇ ਬਿਕੋਜ਼ ਉਹਨੂੰ ਲੱਗੇ ਕਿ ਮੇਰੀ ਅਥਾਰਟੀ ਲੈਵਲ ਤੋਂ ਬਾਹਰ ਦੀ ਗੱਲ ਆ, ਠੀਕ ਆ। ਦਿਸ ਪ੍ਰਿੰਸੀਪਲ ਲਿਮਿਟਸ ਦ ਏਰੀਆ ਆਫ ਅਥਾਰਟੀ ਆਫ ਸਬੋਰਡੀਨੇਟਸ। ਸੋ ਇਹ ਪ੍ਰਿੰਸੀਪਲ ਇਹ ਆਪਾਂ ਨੂੰ ਦੱਸਦਾ ਵਾ ਕਿ ਕਿੰਨੇ ਏਰੀਏ ਦੇ ਵਿੱਚ ਇੱਕ ਸਬੋਰਡੀਨੇਟ ਨੇ ਆਪਦੀ ਅਥਾਰਟੀ ਯੂਜ਼ ਕਰਨੀ ਹੈ। ਲਾਸਟ ਪ੍ਰਿੰਸੀਪਲ ਦੇਖੋ ਇਹਦਾ, ਉਹ ਹੈ ਡੈਲੀਗੇਸ਼ਨ ਸ਼ੁੱਡ ਬੀ ਰਿਵਾਰਡਡ। In order to encourage executives to delegate adequately and effectively, the organization should establish a policy of rewarding delegation। ਹੁਣ ਕਹਿੰਦੇ ਜਿਹੜੀ ਡੈਲੀਗੇਸ਼ਨ ਆ ਮਤਲਬ ਇੱਕ ਆਪਦੀ ਜ਼ਿੰਮੇਵਾਰੀ ਦੂਜੇ ਨੂੰ ਦੇਣੀ ਆ ਜਾਂ ਅਥਾਰਟੀ ਦੇਣੀ ਆ, ਤਾਂ ਇਹ ਚੀਜ਼ ਕੀ ਆ, ਇਹਨੂੰ ਰਿਵਾਰਡ ਮਿਲਣਾ ਚਾਹੀਦਾ ਤਾਂ ਕਿ ਜਿਹੜੇ ਐਗਜ਼ੈਕਟਿਵ ਨੇ, ਵੱਡੀ ਹਾਈ ਪੋਸਟ ਵਾਲੇ ਪਰਸਨ, ਉਹ ਇਨਕਰੇਜ ਹੋਣ ਵੀ ਆਪਦੇ ਨੀਚੇ ਵਾਲਿਆਂ ਨੂੰ ਕੀ ਦੇ ਸਕਣ, ਡੈਲੀਗੇਟ ਕਰ ਸਕਣ ਅਥਾਰਟੀ, ਠੀਕ ਆ। ਉਹਨਾਂ ਦੇ ਇੱਕ ਰਿਵਾਰਡਿੰਗ ਸਿਸਟਮ ਹੋਣਾ ਚਾਹੀਦਾ। ਦਿਸ ਕੈਨ ਬੀ ਡਨ ਬਾਈ ਮੇਕਿੰਗ ਡੈਲੀਗੇਸ਼ਨ ਐਜ਼ ਵਨ ਆਫ ਦਾ ਕ੍ਰਾਈਟੇਰੀਆ ਆਫ ਪਰਫੋਰਮੈਂਸ ਐਵੈਲੂਏਸ਼ਨ। ਸੋ ਇੱਕ ਤਰ੍ਹਾਂ ਦਾ ਕਿਸੇ ਪਰਸਨ ਦੀ ਪਰਫੋਰਮੈਂਸ ਨੂੰ ਚੈੱਕ ਕਰਨ ਦਾ ਕ੍ਰਾਈਟੇਰੀਆ ਹੋਣਾ ਚਾਹੀਦਾ ਹੈ, ਠੀਕ ਆ। ਮਤਲਬ ਜਿਵੇਂ ਕੋਈ ਐਗਜ਼ੈਕਟਿਵ ਆ, ਉਹ ਕੰਮ ਕਰ ਰਿਹਾ, ਉਹ ਕਿੰਨੇ ਲੋਕਾਂ ਨੂੰ ਡੈਲੀਗੇਟ ਕਰਕੇ ਅਥਾਰਟੀ ਆਪਦੀ ਫਿਰ ਕੰਮ ਕਰਵਾ ਰਿਹਾ, ਤਾਂ ਇਹ ਚੀਜ਼ ਨੂੰ ਕਹਿੰਦੇ ਰਿਵਾਰਡ ਮਿਲਣਾ ਚਾਹੀਦਾ। ਸਿਮਿਲਰਲੀ ਸਬੋਰਡੀਨੇਟ ਸ਼ੁੱਡ ਬੀ ਇਨਕਰੇਜ ਟੂ ਐਕਸੈਪਟ ਰਿਸਪੌਂਸਿਬਿਲਿਟੀ ਐਂਡ ਟੇਕ ਇਨੀਸ਼ੀਏਟਿਵ। ਹੁਣ ਇਹ ਤਾਂ ਸੀ ਕਿ ਪਹਿਲਾਂ ਐਗਜ਼ੈਕਟਿਵਸ ਦੀ ਗੱਲ ਵੀ ਉਹ ਡੈਲੀਗੇਟ ਕਰਨ ਅਥਾਰਟੀ ਅਤੇ ਉਹ ਚੀਜ਼ ਨੂੰ ਅਸੀਂ ਐਪਰੀਸ਼ੀਏਟ ਕਰੀਏ। ਇਸੇ ਤਰੀਕੇ ਨਾਲ ਜਿਵੇਂ ਸਬੋਰਡੀਨੇਟਸ ਨੇ ਉਹਨਾਂ ਨੂੰ ਵੀ ਅਸੀਂ ਇਨਕਰੇਜ ਕਰੀਏ ਕਿ ਤੁਸੀਂ ਐਕਸੈਪਟ ਕਰੋ ਰਿਸਪੌਂਸਿਬਿਲਿਟੀ ਨੂੰ ਅਤੇ ਐਂਡ ਇਨੀਸ਼ੀਏਟਿਵਸ ਲਓ, ਠੀਕ ਆ। ਨੈਕਸਟ ਵੀਡੀਓ ਦੇ ਵਿੱਚ ਆਪਾਂ ਫੈਕਟਰਸ ਪੜ੍ਹਾਂਗੇ, ਠੀਕ ਆ, ਫੈਕਟਰਸ ਡਿਟਰਮਿਨਿੰਗ ਦਾ ਡੈਲੀਗੇਸ਼ਨ ਆਫ ਅਥਾਰਟੀ। ਓਕੇ।